Indo-Canadian Punjabi poets and readers, the digital landscape. ਇੰਡੋ-ਕੈਨੇਡੀਅਨ ਪੰਜਾਬੀ ਕਵੀ ਤੇ ਪਾਠਕ ਡਿਜੀਟਲ ਦ੍ਰਿਸ਼। ਇਸ ਪ੍ਰੋਗਰਾਮ ਨੂੰ ਅਸੀਂ 7 ਭਾਗਾਂ ਯਾਨੀ 7 ਐਪੀਸੋਡਸ ਵਿੱਚ ਤਿਆਰ ਕੀਤਾ। ਪ੍ਰੋਗਰਾਮ ਦੇ ਪਹਿਲੇ ਐਪੀਸੋਡ ਵਿੱਚ ਪ੍ਰੋਗਰਾਮ ਦੇ ਪ੍ਰਯੋਜਨ ਤੇ ਰੂਪਰੇਖਾ ਬਾਰੇ ਪ੍ਰੋਗਰਾਮ ਦੇ ਨਿਰਦੇਸ਼ਕ ਜਸਵੰਤ ਦੀਦ ਤੁਹਾਡੇ ਨਾਲ ਗੱਲਬਾਤ ਕਰਨਗੇ। ਇਸੇ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਪ੍ਰੋਫੈਸਰ ਸੁਖਦੇਵ ਮਰੋਕ ਹੋਰਾਂ ਦੇ ਕੀਵਰਡ ਯਾਨੀ ਕੁੰਜੀਵਤ ਸ਼ਬਦ ਹੋਣਗੇ। ਪ੍ਰੋਫੈਸਰ ਮਰੋਕ ਸ਼ੈਰੀਡਨ ਕਾਲਜ ਟੋਰਾਂਟੋ ਵਿਖੇ ਮਕੈਨੀਕਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਨੇ ਤੇ ਕੰਪਿਊਟਰਾਈਜ਼ੇਸ਼ਨ ਵਿੱਚ ਉਹਨਾਂ ਦੀ ਮੁਹਾਰਤ ਹੈ, ਸਪੈਸ਼ਲਾਈਜ਼ੇਸ਼ਨ ਹੈ। ਸੈਕੰਡ ਐਪੀਸੋਡ ਯਾਨੀ ਪ੍ਰੋਗਰਾਮ ਦੇ ਦੂਜੇ ਅੰਕ ਵਿੱਚ ਡਾਕਟਰ ਕਮਲਜੀਤ ਕੌਰ ਬੱਤਰਾ ਆਪਣਾ ਖੋਜ ਪੱਤਰ ਪੇਸ਼ ਕਰਨਗੇ। ਇੰਡੋ ਕੈਨੇਡੀਅਨ ਪੰਜਾਬੀ ਕਵੀ ਤੇ ਕਵਿਤਾ ਡਿਜੀਟਲ ਦ੍ਰਿਸ਼ ਤਕਨੀਕੀ ਵਿਕਾਸ। ਪ੍ਰੋਫੈਸਰ ਬੱਤਰਾ ਕੰਪਿਊਟਰ ਸਾਇੰਸ ਵਿੱਚ PhD ਨੇ, ਆਪਣੇ ਵਿਸ਼ੇ ਦੇ ਮਾਹਿਰ ਨੇ ਤੇ ਓਸ਼ਵਾ ਟੋਰਾਂਟੋ ਕਾਲਜ ਵਿੱਚ ਪ੍ਰੋਫੈਸਰ ਵਜੋਂ ਨਿਯੁਕਤ ਨੇ। ਇਸੇ ਹੀ ਐਪੀਸੋਡ ਦੇ ਦੂਜੇ ਹਿੱਸੇ ਵਿੱਚ ਅਖਿਲ ਪੁਰੀ ਆਪਣੇ ਵਿਚਾਰ ਰੱਖਣਗੇ। ਵਿਸ਼ਾ ਰਹੇਗਾ ਡਿਜੀਟਲਾਈਜ਼ੇਸ਼ਨ ਦਾ ਸੰਕਲਪ ਯਾਨੀ ਕਨਸੈਪਟ ਆਫ ਡਿਜੀਟਲਾਈਜ਼ੇਸ਼ਨ। ਅਖਿਲ ਪੁਰੀ ਕੰਪਿਊਟਰ ਸਾਇੰਸ ਦੀ MSc ਨੇ ਤੇ ਆਪਣੇ ਵਿਸ਼ੇ ਦੇ ਮਾਹਿਰ ਨੇ। ਪ੍ਰੋਗਰਾਮ ਦਾ ਤੀਜਾ ਐਪੀਸੋਡ ਹੋਏਗਾ ਕਵੀਆਂ ਨੇ ਕਿਹਾ, ਦ ਪੋਇਟਸ ਪਰਸਪੈਕਟਿਵ। ਕਵੀਆਂ ਨੇ ਕਿਹਾ ਸਿਰਲੇਖ ਹੇਠ ਅਸੀਂ ਲਗਾਤਾਰ 3 ਐਪੀਸੋਡ ਪੇਸ਼ ਕਰਾਂਗੇ। ਇਨ੍ਹਾਂ ਮਹੱਤਵਪੂਰਨ ਅੰਕਾਂ ਵਿੱਚ ਸੰਬੰਧਿਤ ਵਿਸ਼ੇ ਤੇ ਡਿਜੀਟਲ ਦੁਨੀਆ ਬਾਰੇ ਕੈਨੇਡਾ ਦੇ ਨਾਮਵਰ ਪੰਜਾਬੀ ਕਵੀਆਂ ਦੇ ਮੁੱਲਵਾਨ ਵਿਚਾਰ ਪੇਸ਼ ਕੀਤੇ ਜਾਣਗੇ। ਤੀਜੇ ਐਪੀਸੋਡ ਦੇ ਜਾਣੇ ਪਛਾਣੇ ਕਵੀ ਹੋਣਗੇ ਨਵਤੇਜ ਭਾਰਤੀ, ਗੁਰਦੇਵ ਚੌਹਾਨ ਤੇ ਸ਼ਮੀਲ। ਚੌਥੇ ਐਪੀਸੋਡ ਵਿੱਚ ਤੁਸੀਂ ਮਿਲੋਗੇ ਨਾਮਵਰ ਕਵੀ ਅਜਮੇਰ ਰੋਡੇ ਤੇ ਨੀਰੂ ਅਸੀਮ ਨੂੰ। ਪੰਜਵੇਂ ਐਪੀਸੋਡ ਦੇ ਕਵੀ ਹੋਣਗੇ ਸੁਖਿੰਦਰ, ਜਸਵਿੰਦਰ, ਡਾਕਟਰ ਗੁਰਮਿੰਦਰ ਸਿੱਧੂ ਤੇ ਤੇਜਵਿੰਦਰ। ਛੇਵੇਂ ਐਪੀਸੋਡ ਵਿੱਚ ਕਵੀ ਸੁਖਪਾਲ ਤੇ ਪ੍ਰੋਗਰਾਮ ਨਿਰਦੇਸ਼ਕ ਜਸਵੰਤ ਦੀਦ ਆਪਣੇ ਵਿਚਾਰ ਰੱਖਣਗੇ। ਪ੍ਰੋਗਰਾਮ ਦਾ 7ਵਾਂ ਤੇ ਆਖਰੀ ਐਪੀਸੋਡ ਹੋਏਗਾ ਬੀਜ ਤੇ ਪਰਛਾਵੇਂ, ਦ ਸੀਡ ਐਂਡ ਸ਼ੈਡੋਜ਼। ਇਸ ਐਪੀਸੋਡ ਵਿੱਚ ਅਸੀਂ ਪ੍ਰੋਗਰਾਮ ਦਾ ਸਾਰਾਂਸ਼ ਯਾਨੀ ਕਨਕਲੂਜਨ ਪੇਸ਼ ਕਰਾਂਗੇ। ਸਭ ਤੋਂ ਪਹਿਲਾਂ ਮੈਂ ਖੁਦ ਇਹ ਗੱਲ ਸੋਚਦਾ ਕਿ ਮੈਂ ਇਸ ਪ੍ਰੋਗਰਾਮ ਲਈ ਇਹ ਵਿਸ਼ਾ ਕਿਉਂ ਚੁਣਿਆ। ਮੈਂ ਜੇ ਬਹੁਤ ਪਿੱਛੇ ਜਾਵਾਂ ਤਾਂ 1983 ਸਾਲ 'ਚ ਮੇਰੀ ਪੋਸਟਿੰਗ ਆਲ ਇੰਡੀਆ ਰੇਡੀਓ ਦਿੱਲੀ ਹੋਈ। ਉਦੋਂ ਮੈਂ ਕਵਿਤਾ ਲਿਖਣੀ ਸ਼ੁਰੂ ਕਰ ਚੁੱਕਾ ਸੀ, ਨਾਗਮਣੀ 'ਚ ਕੁਝ ਨਜ਼ਮਾਂ ਛਪੀਆਂ ਅਤੇ ਦਿੱਲੀ ਰੇਡੀਓ 'ਤੇ ਜਾ ਕੇ ਮੈਨੂੰ ਦਿੱਲੀ ਦਾ ਸਾਹਿਤਕ ਮਾਹੌਲ ਬੜਾ ਖੁੱਲ੍ਹਾ ਡੁੱਲ੍ਹਾ ਮਿਲਿਆ। ਉੱਥੇ ਅੰਮ੍ਰਿਤਾ ਪ੍ਰੀਤਮ, ਦਵਿੰਦਰ ਸਤਿਆਰਥੀ, ਹਰਭਜਨ ਸਿੰਘ, ਬਲਵੰਤ ਗਾਰਗੀ, ਅਜੀਤ ਕੌਰ, ਤਾਰਾ ਸਿੰਘ ਅਤੇ ਹਰਨਾਮ ਵਰਗੇ ਵੱਡੇ ਲੇਖਕ ਜਿਨ੍ਹਾਂ ਦੀ ਸੰਗਤ ਮੈਨੂੰ ਮਿਲੀ। ਤਾਂ ਉਸ ਵੇਲੇ ਮੈਂ ਯੰਗ ਸੀ ਔਰ ਮੈਂ ਉਸ ਵੇਲੇ ਸੋਚ ਰਿਹਾ ਸੀ ਕਿ ਇਹਨਾਂ ਕਵੀਆਂ ਨਾਲ ਪੰਜਾਬੀ ਕਵਿਤਾ ਕਿਤੇ ਦੀ ਕਿਤੇ ਪਹੁੰਚੀ ਹੈ
ਲੇਕਿਨ ਇਹਨਾਂ ਨੂੰ ਇੱਕ ਵੱਖਰੇ ਐਂਗਲ ਤੋਂ ਦੇਖਿਆ ਜਾਵੇ ਪੰਜਾਬੀ ਕਵਿਤਾ ਨੂੰ। ਅਤੇ ਫਿਰ ਮੈਂ ਰੇਡੀਓ ਦੇ ਉੱਤੇ ਕੁਛ ਵੱਖਰੀ ਕਿਸਮ ਦੇ ਕਵਿਤਾ ਦੇ ਸੰਦਰਭ 'ਚ ਪ੍ਰੋਗਰਾਮ ਸ਼ੁਰੂ ਕੀਤੇ। ਫਿਰ ਮੈਂ ਜਲੰਧਰ ਰੇਡੀਓ 'ਤੇ ਆ ਕੇ ਡਾਕੂਮੈਂਟਰੀਜ਼ ਬਣਾਈਆਂ ਲੇਖਕਾਂ 'ਤੇ, ਅੰਮ੍ਰਿਤਾ ਪ੍ਰੀਤਮ 'ਤੇ, ਦਵਿੰਦਰ ਸਤਿਆਰਥੀ 'ਤੇ, ਦਲੀਪ ਕੌਰ ਟਵਾਣਾ 'ਤੇ, ਇੱਦਾਂ ਹੋਰ ਬਹੁਤ ਸਾਰੇ ਲੇਖਕਾਂ 'ਤੇ ਇਹ ਕੰਮ ਕੀਤਾ। ਉਸ ਵੇਲੇ ਵੀ ਮੇਰੇ ਦਿਮਾਗ 'ਚ ਸੀ ਕਿ ਇੱਕ ਵੱਖਰੀ ਕਿਸਮ ਦਾ ਕੋਈ ਕੰਮ ਹੋਣਾ ਚਾਹੀਦਾ ਪੰਜਾਬੀ ਪੋਇਟਰੀ ਲਈ। ਫਿਰ ਮੇਰੇ ਦਿਮਾਗ 'ਚ ਆਇਆ ਕਿ ਪੰਜਾਬੀ ਪੋਇਟਰੀ ਨੂੰ ਭਾਰਤੀ ਭਾਸ਼ਾਵਾਂ ਅਤੇ ਦੁਨੀਆ ਦੀਆਂ ਹੋਰ ਭਾਸ਼ਾਵਾਂ ਨਾਲ ਜੋੜਿਆ ਜਾਵੇ। ਇੱਕ ਵਾਰੀ ਬਹੁਤ ਸੀਰੀਅਸਲੀ ਇੱਕ ਮੈਗਜ਼ੀਨ ਕੱਢਣ ਦੀ ਵੀ ਸੋਚੀ। ਫਿਰ ਮੈਂ TV 'ਚ ਹੋਣ ਕਰਕੇ ਸੋਚਿਆ ਕਿ ਪੰਜਾਬੀ ਕਵਿਤਾ ਨੂੰ ਵਿਜ਼ੂਲਾਈਜ਼ ਕੀਤਾ ਜਾਵੇ। ਅੱਜ ਕੱਲ੍ਹ ਜ਼ਮਾਨਾ ਵਿਜ਼ੂਲਾਈਜੇਸ਼ਨ ਦਾ ਆ, ਔਰ ਵਿਜ਼ੂਲਾਈਜੇਸ਼ਨ ਕਰਨ ਬਾਰੇ ਸੋਚਿਆ। ਮੈਂ ਕੁਛ ਕੀਤਾ ਵੀ ਕੰਮ। ਫਿਰ ਮੇਰੇ ਦਿਮਾਗ 'ਚ ਆਇਆ ਕਿ ਪੰਜਾਬੀ ਪੋਇਟਸ, ਪੇਂਟਰਸ, ਮਿਊਜ਼ੀਸ਼ੀਅਨਸ, ਇਹਨਾਂ ਨੂੰ ਸਾਰਿਆਂ ਨੂੰ ਇੱਕ ਸਾਂਝੇ ਪਲੇਟਫਾਰਮ 'ਤੇ ਪੇਸ਼ ਕੀਤਾ ਜਾਵੇ। ਤਾਂ ਮੈਂ ਸ਼ਿਮਲਾ ਦੂਰਦਰਸ਼ਨ 'ਤੇ ਇੱਕ ਰੰਗ ਸ਼ਬਦ ਸੰਗੀਤ ਨਾਂ ਦਾ ਪ੍ਰੋਗਰਾਮ ਅਰੇਂਜ ਕੀਤਾ। ਉਹ ਬੜੀ ਵੱਖਰੀ ਕਿਸਮ ਦਾ ਪ੍ਰੋਗਰਾਮ ਸੀ। ਮੇਰੇ ਦਿਮਾਗ 'ਚ ਸ਼ੁਰੂ ਤੋਂ ਇਹ ਗੱਲ ਰਹੀ ਹੈ ਕਿ ਪੰਜਾਬੀ ਕਵਿਤਾ ਨੂੰ, ਪੰਜਾਬੀ ਕਵੀ ਨੂੰ, ਪੰਜਾਬੀ ਪਾਠਕ ਨੂੰ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਲੋੜ ਹੈ। ਇਹਨਾਂ ਨੂੰ ਇੱਕ ਵੱਡੇ ਪਰਸਪੈਕਟਿਵ 'ਚ ਜੋੜਨ ਦੀ ਲੋੜ ਹੈ। ਅਤੇ ਹੁਣ ਮੈਨੂੰ ਇਹ ਇੱਕ ਕੈਨੇਡਾ ਕਾਊਂਸਲ ਫਾਰ ਦਾ ਆਰਟਸ ਵੱਲੋਂ ਇਹ ਮੌਕਾ ਮਿਲਿਆ ਕਿ ਮੈਂ ਇੱਕ ਵੱਖਰੇ ਵਿਸ਼ੇ ਦੀ ਚੋਣ ਕਰਾਂ, ਅਤੇ ਮੈਂ ਇਸ ਕੰਮ ਲਈ ਇਹ ਵਿਸ਼ਾ ਚੁਣਿਆ, ਇੰਡੋ ਕਨੇਡੀਅਨ ਪੰਜਾਬੀ ਪੋਇਟਸ ਐਂਡ ਰੀਡਰਸ ਦਾ ਡਿਜੀਟਲ ਲੈਂਡਸਕੇਪ। ਇਹਦਾ ਪਰਪਜ਼ ਆ ਕਿ ਡਿਜੀਟਲ ਵਰਲਡ ਦੇ ਨਾਲ ਪੰਜਾਬੀ ਪੋਇਟ, ਪੰਜਾਬੀ ਰੀਡਰ ਨੂੰ ਕਿਵੇਂ ਜੋੜਿਆ ਜਾਵੇ, ਕਿਵੇਂ ਜਾਣਕਾਰੀ ਦਿੱਤੀ ਜਾਵੇ, ਕਿਵੇਂ ਨੌਲੇਜ ਦਿੱਤੀ ਜਾਵੇ, ਕਿਵੇਂ ਅਸੀਂ ਪੰਜਾਬੀ ਕਵਿਤਾ ਨੂੰ, ਪੰਜਾਬੀ ਕਵੀ ਨੂੰ, ਪੰਜਾਬੀ ਪਾਠਕ ਨੂੰ ਇੱਕ ਵੱਡੇ ਸੰਦਰਭ ਵਿੱਚ, ਇੱਕ ਵੱਡੇ ਪਰਸਪੈਕਟਿਵ ਵਿੱਚ ਰੱਖ ਕੇ ਦੇਖ ਸਕਦੇ ਹਾਂ। ਸੋ ਮੈਂ ਇਹ ਆਸ ਕਰਨਾ ਕਿ ਇਹ ਜਿਹੜਾ ਵੱਖਰਾ ਕਿਸਮ ਦਾ ਵਿਸ਼ਾ ਆ, ਇਹ ਜ਼ਰੂਰ ਪੰਜਾਬੀ ਕਵਿਤਾ, ਪੰਜਾਬੀ ਕਵੀ ਅਤੇ ਪੰਜਾਬੀ ਪਾਠਕ ਲਈ ਅੱਗੇ ਤੋਰਨ ਲਈ ਇੱਕ ਨਵਾਂ ਰਾਹ ਖੋਲ੍ਹੇਗਾ। ਮੈਂ ਬਹੁਤਾ ਇਸ ਗੱਲ ਦੇ ਹੱਕ 'ਚ ਨਹੀਂ ਹਾਂ ਕਿ ਪੰਜਾਬੀ ਕਵਿਤਾ ਨੂੰ ਖਿੱਤਿਆਂ 'ਚ ਵੰਡਿਆ ਜਾਵੇ ਕਿ ਇਹ ਜੀ ਫਲਾਂ ਦੇਸ਼ ਦਾ ਕਵੀ ਹੈ, ਕੈਨੇਡਾ ਦਾ ਕਵੀ ਹੈ, ਅਮਰੀਕਾ ਦਾ ਕਵੀ ਹੈ, ਵਲੈਤ ਦਾ ਕਵੀ ਹੈ। ਕਵੀ ਉਹ ਜਿਹਦਾ ਨਾਂ ਲਓ ਅਤੇ ਉਸੇ ਵੇਲੇ ਕਹਿਣ ਹਾਂ ਇਹ ਪੰਜਾਬੀ ਕਵੀ ਹੈ। ਸੋ ਮੇਰੇ ਖਿਆਲ 'ਚ ਕਵਿਤਾ ਦਾ ਕੋਈ ਦੇਸ਼ ਨਹੀਂ ਹੁੰਦਾ, ਉਹ ਸਾਰੀ ਧਰਤੀ ਦੀ ਕਵਿਤਾ ਹੁੰਦੀ ਹੈ। ਅਤੇ ਪੰਜਾਬੀ ਕਵਿਤਾ ਦੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਕਵਿਤਾ ਦੇ ਪ੍ਰਮੁੱਖ ਹਸਤਾਖਰ ਕੈਨੇਡਾ ਵਿੱਚ ਰਹਿੰਦੇ ਨੇ। ਉਹਨਾਂ ਮੋਹਰੀ ਕਵੀਆਂ ਨੂੰ, ਉਹਨਾਂ ਨਾਮਵਰ ਕਵੀਆਂ ਨੂੰ, ਔਰ ਜਿਨ੍ਹਾਂ ਦਾ ਪੰਜਾਬੀ ਕਵਿਤਾ 'ਚ ਨਾਂ ਥਾਂ ਆ, ਉਹਨਾਂ ਨੂੰ ਅਸੀਂ ਬੇਨਤੀ ਕੀਤੀ ਇਸ ਪ੍ਰੋਗਰਾਮ ਲਈ। ਉਹਨਾਂ ਨੇ ਸਾਡੀ ਬੇਨਤੀ ਸਵੀਕਾਰ ਕੀਤੀ। ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਅਤੇ ਜਿਹੜੇ ਕਵੀ ਇਸ ਪ੍ਰੋਗਰਾਮ 'ਚ ਸ਼ਾਮਲ ਨੇ, ਉਹ ਨੇ ਨਵਤੇਜ ਭਾਰਤੀ, ਅਜਮੇਰ ਰੋਡੇ, ਸੁਖਿੰਦਰ, ਗੁਰਦੇਵ ਚੌਹਾਨ, ਸੁਖਪਾਲ, ਸ਼ਮੀਲ, ਨੀਰੂ ਅਸੀਮ, ਜਸਵਿੰਦਰ, ਡਾਕਟਰ ਗੁਰਵਿੰਦਰ ਸਿੱਧੂ ਅਤੇ ਤੇਜਵਿੰਦਰ। ਇਸ ਤੋਂ ਇਲਾਵਾ ਵੀ ਪੰਜਾਬੀ ਦੇ ਬਹੁਤ ਅੱਛੇ ਕਵੀ ਕੈਨੇਡਾ 'ਚ ਹੋਰ ਨੇ, ਅਤੇ ਅਸੀਂ ਯਤਨ ਕਰਾਂਗੇ ਕਿ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਨਾਲ ਜੋੜਿਆ ਜਾਵੇ। ਪਰ ਫਿਲਹਾਲ ਅਸੀਂ ਇਸ ਪ੍ਰੋਗਰਾਮ 'ਚ ਜਿਨ੍ਹਾਂ ਕਵੀਆਂ ਨੂੰ ਸ਼ਾਮਲ ਕੀਤਾ, ਉਹਨਾਂ ਦੇ ਤੁਸੀਂ ਵਿਚਾਰ ਸੁਣੋਗੇ ਡਿਜੀਟਲਾਈਜੇਸ਼ਨ ਬਾਰੇ, ਅਤੇ ਮੈਂ ਆਸ ਕਰਦਾ ਕਿ ਉਹਨਾਂ ਵਿਚਾਰਾਂ ਨੂੰ ਅਸੀਂ ਇੱਕ ਲੜੀ ਦੇ ਤੌਰ 'ਤੇ ਅੱਗੇ ਤੋਰਨ ਦੇ ਸਮਰੱਥ ਵੀ ਹੋਵਾਂਗੇ, ਅਤੇ ਇਸ ਨਵੇਂ ਵਿਸ਼ੇ ਨਾਲ ਅਸੀਂ ਸਾਰੇ ਪੰਜਾਬੀ ਪਾਠਕ, ਲੇਖਕ ਅਤੇ ਕਮਿਊਨਿਟੀ ਨੂੰ ਜੋੜ ਸਕਾਂਗੇ।
ਡਿਜੀਟਲ ਦਾ origin ਜਿਹੜਾ ਆ ਇਹ ਲੈਟਨ ਵਰਡ ਤੋਂ ਹੋਇਆ ਜਿਹਦਾ ਮਤਲਬ ਆ ਉਂਗਲਾਂ। ਤੇ ਇਹ ਹਿਸਟਰੀ ਦੇ ਵਿੱਚ ਉਂਗਲਾਂ ਤੇ ਗਿਣਦੇ ਹੁੰਦੇ ਸੀ। ਅੱਜ ਵੀ ਸਕੂਲ ਦੇ ਵਿੱਚ ਬੱਚੇ ਉਂਗਲਾਂ ਤੋਂ ਹੀ ਗਿਣਨਾ ਸ਼ੁਰੂ ਕਰਦੇ ਆ। ਸੋ ਦੈਟਸ ਵਾਟ ਡਿਜੀਟਲ ਸਟੈਂਡਸ ਫੋਰ। ਪਰ ਚੌਥੀ ਸਦੀ ਤੱਕ ਜਿੱਦਾਂ 14ਵੀਂ ਸਦੀ ਤੱਕ ਲੋਕਾਂ ਨੂੰ ਥੋੜ੍ਹਾ ਹੋਰ ਗਿਆਨ ਹੋ ਗਿਆ। ਉਹਨਾਂ ਨੇ 2 ਹੱਥਾਂ ਦੇ ਉੱਤੇ ਗਿਣਨਾ ਸ਼ੁਰੂ ਕਰ ਦਿੱਤਾ। ਅਤੇ ਆਪਾਂ ਨੂੰ ਪੰਜਾਬੀਆਂ ਨੂੰ ਕਈਆਂ ਨੇ ਸੁਣਿਆ ਹੋਵੇਗਾ 10ਵੀਂ 20 ਬਿਲਕੁਲ ਇਸੇ ਤਰ੍ਹਾਂ ਹੀ ਆਪਣੀ ਸੁਰਤ ਦੇ ਵਿੱਚ ਵੀ ਲੋਕ ਗਿਣਦੇ ਰਹੇ ਆ 18ਵੀਂ 8ਵੀਂ 6ਵੀਂ ਐਂਡ ਸੋ ਔਨ। ਕਿਉਂ ਨੌਲੇਜ ਇੱਥੋਂ ਤੱਕ ਲਿਮਿਟਡ ਸੀਗਾ। ਅਤੇ ਰਾਊਂਡ ਅਬਾਊਟ 1942 ਜਿਵੇਂ ਜਿਵੇਂ ਟੈਕਨੋਲੋਜੀ ਜ਼ਿਆਦਾ ਇੰਪਰੂਵ ਹੋਣੀ ਸ਼ੁਰੂ ਹੋਈ ਅਤੇ ਕੈਲਕੂਲੇਸ਼ਨ ਜਿਹੜੀਆਂ ਆ ਇੱਦਾਂ ਗਿਣਨ ਦੀ ਜਗ੍ਹਾ ਇਸ ਤਰ੍ਹਾਂ ਗਿਣਨਾ ਸ਼ੁਰੂ ਹੋ ਗਿਆ। ਕੰਬੀਨੇਸ਼ਨਸ ਆਫ 0s 1s 0 1 1 1 0 0 ਐਂਡ ਸੋ ਔਨ। ਇਫ ਯੂ ਲਾਈਕ ਇੱਥੇ ਜਿੱਦਾਂ ਪੈਟਰਨ ਆ 0 0 0 1 0 0 ਕਿੰਨੀਆਂ 0 ਫੇ 1 ਜਾਂ ਲੋਟਸ ਆਫ 1s ਫੇ 0 ਐਂਡ ਸੋ ਔਨ। ਮੇਰਾ ਇਹਦੇ ਨਾਲ ਵਾਸਤਾ ਰਿਹਾ ਤਕਰੀਬਨ 1979 ਤੋਂ ਲੈ ਕੇ ਅੱਜ ਤੱਕ ਇਹ ਡਿਜੀਟਲਾਈਜੇਸ਼ਨ ਦੇ ਨਾਲ। ਜਿਹੜੀਆਂ ਮੇਰਾ ਵਾਸਤਾ ਸੀਗਾ ਕੰਪਿਊਟਰ ਨਿਊਮੈਰੀਕਲ ਕੰਟਰੋਲ ਮਸ਼ੀਨਸ ਦੇ ਨਾਲ। ਉਹ ਜਿਹੜੀਆਂ ਮਸ਼ੀਨਾਂ ਆ ਉਹ ਬਿਲਕੁਲ ਇਹ ਇਨਫੋਰਮੇਸ਼ਨ ਯੂਜ਼ ਕਰਦੀਆਂ ਜਿਸ ਤਰ੍ਹਾਂ ਇੱਥੇ ਲਿਖਿਆ ਹੈ 0s 1s। ਜੇ ਡਿਟੇਲ ਦੇ ਵਿੱਚ ਦੇਖਣਾ ਹੋਵੇ ਤਾਂ ਉਹ ਇਸ ਤਰ੍ਹਾਂ ਜਿਹੜੀ ਇਨਫੋਰਮੇਸ਼ਨ ਪਹਿਲਾਂ ਸ਼ੁਰੂ ਹੋਈ ਆ ਉਹ ਇਸ ਤਰ੍ਹਾਂ ਹੁੰਦੀ ਸੀ ਬਈ ਲਾਈਟ ਜਿਹੜੀ ਆ ਜੇ ਤੇ ਇੱਥੋਂ ਪਾਸ ਹੁੰਦੀ ਆ ਅਤੇ ਇਹ ਦੂਜੇ ਪਾਸੇ ਕਨੈਕਟ ਕਰਦੀ ਆ। ਜੇ ਬਲੋਕ ਆ ਅਤੇ ਇਹ 2 ਬੰਦ ਆ 2 ਔਨ ਆ, ਲਾਈਟ ਔਨ ਆ ਲਾਈਟ ਆਫ ਆ, 3 ਆਫ ਆ 2 ਔਨ ਆ। ਇਹ ਕੰਬੀਨੇਸ਼ਨ ਆਫ ਲੋਟਸ ਆਫ 1s ਐਂਡ 0s। ਦੈਟਸ ਵਾਟ ਡਿਜੀਟਲ ਟੈਕਨੋਲੋਜੀ ਇਜ਼। ਅੱਜ ਵੀ ਜਿਹੜੀ ਕੰਪਿਊਟਰ ਦੀ ਕੋਈ ਵੀ ਸੋਫਟਵੇਅਰ ਆ ਉਹ ਇਹਨਾਂ ਹੀ ਕੰਬੀਨੇਸ਼ਨਸ 0s ਐਂਡ 1s 0s ਐਂਡ 1s ਦੈਟਸ ਇਟ। ਇਹ ਸਾਰੀ ਡਿਜੀਟਲਾਈਜੇਸ਼ਨ ਨੂੰ ਸਾਰੀ ਕੰਪਿਊਟਰ ਲੈਂਗੁਏਜ ਨੂੰ ਇਹ ਹੀ ਇਨਫੋਰਮੇਸ਼ਨ ਜਿਹੜੀ ਵੀ ਡਰਾਈਵ ਕਰਦੀ ਆ। ਉਹ ਪਿਛਲੀ ਸਦੀ ਤੋਂ ਲੈ ਕੇ ਕੰਪਿਊਟਰ ਅੱਜ ਹੁਣ ਤਰੱਕੀ ਅਤੇ ਇਹ ਡਿਜੀਟਲਾਈਜੇਸ਼ਨ ਜਿਹੜੀ ਤਰੱਕੀ ਤਾਂ ਇੰਨੀ ਕਰ ਗਈ ਆ ਬਈ ਇਨਸਾਨ ਆਪਾਂ ਜਿਹੜੀ ਕਦੀ ਸੋਚਿਆ ਵੀ ਨਹੀਂ ਸੀਗਾ। ਹੁਣ ਤਾਂ ਕੰਪਿਊਟਰ ਦੀ ਜਗ੍ਹਾ USB ਡਾਊਨਲੋਡ ਕਰਨ ਦੀ ਜਗ੍ਹਾ ਤੁਸੀਂ ਜਿਹੜੀ ਇਨਫੋਰਮੇਸ਼ਨ ਹੈ ਆਪਦੀ ਸਕਿਨ ਦੇ ਉੱਤੇ ਡਾਊਨਲੋਡ ਕਰ ਸਕਦੇ ਆ। ਤੁਸੀਂ ਕੰਮ ਖਤਮ ਕੀਤਾ ਆ ਇਨਫੋਰਮੇਸ਼ਨ ਆਪਦੀ ਸਕਿਨ ਦੇ ਉੱਤੇ ਡਾਊਨਲੋਡ ਕਰ ਸਕਦੇ ਆ। ਘਰ ਜਾ ਕੇ ਤੁਸੀਂ ਆਪਦੀ ਸਕਿਨ ਤੋਂ ਹੀ ਡਾਊਨਲੋਡ ਕਰ ਸਕਦੇ ਹੋ। ਐਂਡ ਲੇਟੈਸਟ ਇਹ ਆ ਬਈ ਆਪਾਂ ਹੁਣ ਸਕਰੀਨ ਦੇ ਉੱਤੇ ਇਨਫੋਰਮੇਸ਼ਨ ਦੇਖਦੇ ਹਾਂ ਅਤੇ ਹੁਣ ਇਹ ਟੈਕਨੋਲੋਜੀ ਵੀ ਆ ਗਈ ਆ ਵੀ ਤੁਸੀਂ ਅੱਖਾਂ ਵੀ ਬੰਦ ਕੀਤੀਆਂ ਹੋਈਆਂ ਵਾ ਅਤੇ ਕੋਂਟੈਕਟ ਲੈਂਸ ਵਾਂਗੂ ਤੁਸੀਂ ਆਪਦੀ ਅੱਖ ਦੇ ਉੱਤੇ ਅੱਖ ਦੇ ਪਰਦੇ ਦੇ ਉੱਤੇ ਹੀ ਇਨਫੋਰਮੇਸ਼ਨ ਦੇਖ ਸਕਦੇ ਹਾਂ। ਇਹ ਟੈਕਨੋਲੋਜੀ ਵੀ ਹੁਣ ਆ ਗਈ ਆ। ਅਜੇ ਮਾਰਕੀਟ ਦੇ ਵਿੱਚ ਤਾਂ ਨਹੀਂ ਰੈਡੀਲੀ ਅਵੇਲੇਬਲ ਬਟ ਇਟਸ ਦੇਅਰ। ਇਸ ਤੋਂ ਗਾਂਹ ਕਿੱਥੇ ਜਾਣੀ ਹੈ ਟੈਕਨੋਲੋਜੀ? ਉਹ ਉੱਥੇ ਹੀ ਜਾਣੀ ਹੈ ਜਿੱਥੇ ਆਪਾਂ ਨੂੰ ਲੈ ਜਾਵਾਂਗੇ। ਯਾਨੀ ਕਿ ਜਿੱਡਾ ਤੁਹਾਡਾ ਵੱਡਾ ਸੁਪਨਾ ਆ ਜਿੱਡੇ ਤੁਹਾਡੇ ਵੱਡੇ ਤੁਸੀਂ ਪਲਾਂਘ ਪੱਟਦੇ ਆ ਇਨਫੋਰਮੇਸ਼ਨ ਉੱਥੇ ਹੀ ਲੈ ਜਾਊਗੀ ਆਪਾਂ ਨੂੰ। ਇੱਥੋਂ ਤੱਕ ਵੀ ਹੁਣ ਗੱਲ ਹੋ ਰਹੀ ਆ ਬਈ ਜਿਹੜਾ ਇਨਸਾਨ ਦਾ ਦਿਮਾਗ ਆ ਇਹਨੂੰ ਡਾਊਨਲੋਡ ਕੀਤਾ ਜਾਵੇ ਕਿਸੇ ਤਰ੍ਹਾਂ। ਕਿਉਂ ਆਪਣੀ ਜਿਹੜੀ ਫਿਜ਼ੀਕਲ ਬਾਡੀ ਆ ਇਹ ਤਾਂ ਮੀਨਿੰਗਲੈਸ ਆ। ਜੋ ਵੀ ਹੈਗਾ ਆ ਆਪਣਾ ਜਿਹੜਾ ਧੁਰਾ ਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਮੀ ਐਜ਼ ਏ ਪਰਸਨ, ਉਹ ਮੇਰਾ ਸਰੀਰ ਨਹੀਂ ਗਾ, ਉਹ ਤਾਂ ਮੇਰਾ ਦਿਮਾਗ ਆ। ਧਾਰਮਿਕ ਬੰਦਾ ਕਹਿ ਸਕਦਾ ਮੇਰੀ ਰੂਹ ਆ, ਪਰ ਫਿਜ਼ੀਕਲੀ ਜੋ ਆਪਾਂ ਦੇਖ ਸਕਦੇ ਹਾਂ ਜਾਂ ਆਪਾਂ ਜਿਹਨੂੰ ਐਕਸਪਲੇਨ ਕਰ ਸਕਦੇ ਹਾਂ ਉਹ ਤਾਂ ਆਪਣਾ ਦਿਮਾਗ ਆ। ਅਤੇ ਦਿਮਾਗ ਨੂੰ ਵੀ ਹੁਣ ਕਹਿੰਦੇ ਆ ਵੀ ਡਾਊਨਲੋਡ ਕਰਨ ਦੀ ਇਸ ਬਾਰੇ ਸੋਚਿਆ ਜਾ ਰਿਹਾ ਵਾ। ਇਸ ਬਾਰੇ ਜਿਹੜੀ ਇਨਵੈਂਸ਼ਨ ਜਿਹੜੀ ਆ ਚੱਲ ਰਹੀ ਆ।
ਤੇ ਕੋਈ ਕਦੀ ਕਿਸੇ ਨੇ ਨਹੀਂ ਸੋਚਿਆ, ਇੱਥੋਂ ਤੱਕ ਜਿਹੜੇ ਰਾਈਟ ਬ੍ਰਦਰਜ਼ ਆ ਉਹਨਾਂ ਨੇ ਵੀ ਨਹੀਂ ਸੀ ਕਦੀ ਸੋਚਿਆ, ਉਹਨਾਂ ਨੇ ਵੀ ਸੋਚਿਆ ਵੀ ਕਦੀ ਜਹਾਜ਼ ਕਿਸੇ ਦਿਨ ਉੱਡ ਸਕੂਗਾ। ਪਰ ਜਦੋਂ ਤੁਸੀਂ ਸੁਪਨਾ ਲੈਂਦੇ ਆ, ਐਵਰੀ ਗ੍ਰੇਟ ਜਰਨੀ ਬਿਗਿਨਸ ਵਿਦ ਦ ਸਮੋਲ ਸਟੈਪ। ਜਦੋਂ ਤੁਸੀਂ ਸਟੈਪ ਲੈ ਲੈਂਦੇ ਆ, ਜਦੋਂ ਤੁਹਾਡਾ ਸੁਪਨਾ ਲੈਣ ਲੱਗ ਪੈਂਦੇ ਆ ਤੁਸੀਂ, ਅਤੇ ਉਹ ਕੋਈ ਨਾ ਕੋਈ ਬਹਾਦਰ ਆ ਜਾਊਗਾ ਜਿਹੜਾ ਇਸ ਤੋਰ ਨੂੰ ਅੱਗੇ ਤੋਰੂਗਾ। ਜ਼ਰੂਰੀ ਇਸ ਕਰਕੇ ਆ ਬਈ ਅੱਜ ਆਪਾਂ ਇੰਨੀਆਂ ਕਿਤਾਬਾਂ, ਇੰਨੀਆਂ ਵੀਡੀਓ, ਇੰਨੀਆਂ ਟੇਪਾਂ, ਜੋ ਵੀ ਇਨਫੋਰਮੇਸ਼ਨ, ਇੰਨੀਆਂ ਫੋਟੋ, ਆਪਾਂ ਸਭ ਕੁਛ ਨੂੰ ਘਰ ਦੇ ਵਿੱਚ ਰੱਖਣਾ ਹੌਲੀ ਹੌਲੀ ਅਸੰਭਵ ਹੋਈ ਜਾਂਦਾ। ਅਤੇ ਜੇ ਇਹ ਸਾਰੀ ਇਨਫੋਰਮੇਸ਼ਨ ਆ ਇਹਨੂੰ ਡਿਜੀਟਾਈਜ਼ ਕਰਕੇ ਇੱਕ ਸੋਰਸ ਦੇ ਉੱਤੇ ਹੋਵੇ ਜਿੱਥੋਂ ਆਪਾਂ ਸਾਰੀਆਂ ਕਿਤਾਬਾਂ ਵੀ ਪੜ੍ਹ ਸਕੀਏ, ਆਪਾਂ ਪੰਜਾਬੀ ਬਾਰੇ ਕੋਈ ਮੂਵੀਜ਼ ਹੋਣ, ਕੋਈ ਪੁਰਾਣੀਆਂ ਮੂਵੀਜ਼ ਹੋਣ, ਕੋਈ ਫੋਟੋ ਹੋਣ, ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਡਿਜੀਟਾਈਜ਼ ਕੀਤੀ ਜਾ ਸਕਦੀ ਆ। ਉਹਦੇ ਵਿੱਚ ਪੁਰਾਣੀਆਂ VHS ਟੇਪ, ਦੂਜੀਆਂ ਮਿਊਜ਼ਿਕ ਵਾਲੀਆਂ ਟੇਪਸ, ਉਹਦੇ ਵਿੱਚ ਕਿਤਾਬਾਂ, ਕੋਈ ਕਿਸੇ ਵੀ ਤਰ੍ਹਾਂ ਦਾ ਫੋਰਮੈਟ ਹੋਵੇ ਉਹਨੂੰ ਤੁਸੀਂ ਬ੍ਰੇਕ ਡਾਊਨ ਕਰਕੇ ਅਤੇ ਉਹਨੂੰ ਡਿਜੀਟਾਈਜ਼ ਕਰ ਸਕਦੇ ਹਾਂ। ਵੀ 20 ਕੁ ਸਾਲ ਪਹਿਲਾਂ ਜਦੋਂ ਮੈਂ ਇੱਥੇ ਸ਼ੈਰੀਡਨ ਕਾਲਜ ਪੜ੍ਹਾਉਣਾ ਸ਼ੁਰੂ ਕੀਤਾ, ਇੱਥੇ ਇੰਡੀਅਨ ਸਟੂਡੈਂਟਸ ਕੋਈ 1 ਤੋਂ 2% ਹੁੰਦੇ ਸੀ ਅਤੇ ਚਾਈਨੀਜ਼ ਸਟੂਡੈਂਟਸ ਹੁੰਦੇ ਸੀ ਕੋਈ ਅਰਾਊਂਡ ਅਬਾਊਟ 15 ਤੋਂ 20% ਜਿਹੜੇ ਆ ਉਹ ਚੀਨ ਤੋਂ ਆਏ ਹੁੰਦੇ ਸੀ। ਅੱਜ ਸਿਚੁਏਸ਼ਨ ਟੋਟਲੀ ਆਪੋਜ਼ਿਟ ਹੋ ਗਈ ਆ। ਚਾਈਨੀਜ਼ ਸਟੂਡੈਂਟ ਜਿਹੜੇ ਆ ਉਹ ਤਕਰੀਬਨ 1% ਰਹਿ ਗਏ ਅਤੇ ਇੰਡੀਅਨ ਸਟੂਡੈਂਟਸ ਮੇਰਾ ਖਿਆਲ ਆ ਕੋਈ 50-60% ਜਿਹੜੇ ਆ ਉਹ ਆਪਣੇ ਇੰਡੀਆ ਤੋਂ ਆਉਂਦੇ ਆ। ਉਹਦੀ ਵਜ੍ਹਾ ਇਹ ਆ ਵੀ ਚੀਨ ਨੇ ਇਸ ਫੀਲਡ ਦੇ ਵਿੱਚ ਇੰਨੀ ਪ੍ਰੋਗਰੈਸ ਕਰ ਲਈ ਆ ਜਿਹੜਾ ਆਪਾਂ ਇਮੈਜਿਨ ਨਹੀਂ ਕਰ ਸਕਦੇ। ਮੈਨੂੰ ਪਿਛਲੇ 10 ਕੁ ਸਾਲ ਤੋਂ ਉੱਥੇ ਜਾਣ ਦਾ ਮੌਕਾ ਮਿਲਦਾ। ਹਰੇਕ ਸਾਲ ਉਹ ਇਨਵਾਈਟ ਕਰ ਲੈਂਦੇ ਹੁੰਦੇ ਸੀਗੇ ਟੀਚ ਕਰਨ ਨੂੰ, ਪਰ ਉਹ ਬੇਸਿਕ ਟੈਕਨੋਲੋਜੀ ਦੇ ਵਿੱਚ ਇੰਟਰਸਟਡ ਨੇਗੇ। ਉਹ ਚਾਹੁੰਦੇ ਆ ਕੋਈ ਨਾ ਕੋਈ ਨਵਾਂ ਨੌਲੇਜ ਕਿੱਥੋਂ ਵੀ ਸਿੱਖਿਆ ਜਾਵੇ। ਅਤੇ ਬੜੀ ਹੈਰਾਨਗੀ ਹੁੰਦੀ ਸੀਗੀ ਮੈਨੂੰ, ਅਚੰਭੇ ਵਾਲੀ ਗੱਲ ਲੱਗੀ ਉਹਨਾਂ ਨੇ ਜਦੋਂ ਕੋਈ ਲੈਸਨ ਜਦੋਂ ਮੈਂ ਟੀਚ ਕਰਨਾ ਅਤੇ ਉਹਦੀ ਵੀਡੀਓ ਬਣਾ ਕੇ ਰਿਕਾਰਡ ਕਰਕੇ ਉਹਨੂੰ ਡਿਜੀਟਾਈਜ਼ ਕਰਕੇ ਉਸੇ ਵੇਲੇ ਹੀ ਆਪਦੀ ਲਾਇਬ੍ਰੇਰੀ ਦੇ ਵਿੱਚ ਰੱਖ ਲੈਂਦੇ ਸੀਗੇ ਬਈ ਜਦੋਂ ਨੈਕਸਟ ਈਅਰ ਜਦੋਂ ਅਤੇ ਨਾਲ ਉਹਨਾਂ ਨੇ ਹਦਾਇਤ ਵੀ ਕਰ ਦੇਣੀ ਵੀ ਜਦੋਂ ਅਗਲੇ ਸਾਲ ਨੂੰ ਆਉਣਾ ਆ ਅਤੇ ਬਈ ਇਸ ਫੀਲਡ ਦੇ ਵਿੱਚ ਨਹੀਂ, ਇਸ ਸਬਜੈਕਟ ਬਾਰੇ ਨਹੀਂ, ਕਿਸੇ ਨਵੇਂ ਸਬਜੈਕਟ ਦੇ ਬਾਰੇ ਆ ਕੇ ਸਾਡੇ ਸਟੂਡੈਂਟਸ ਨੂੰ ਪੜ੍ਹਾਉਣਾ ਆ। ਇਸ ਤਰ੍ਹਾਂ ਆ ਇਸ ਤਰ੍ਹਾਂ ਉਹ ਨਾ ਸਿਰਫ ਸਿੱਖਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਸਿਖਾਉਣ ਦੀ ਵੀ ਕੋਸ਼ਿਸ਼ ਕਰਦੇ। ਉਹ ਆਪਦਾ ਕਲਚਰ, ਆਪਦੀ ਸੱਭਿਅਤਾ, ਉਹਨਾਂ ਦੇ ਆਪਦੇ ਕਵੀ, ਆਪਦਾ ਗਿਆਨ, ਅਤੇ ਇਹਦੇ ਵਿੱਚ ਉਹਨਾਂ ਦਾ ਸਾਰੇ ਜਿਹੜੇ ਨਾ ਕਿ ਸਿਰਫ ਇਹ ਟੀਚਰਸ ਐਜ਼ ਏ ਸੁਸਾਇਟੀ ਉਹਨਾਂ ਦਾ ਸਾਰਿਆਂ ਦਾ ਹੀ ਥੋੜ੍ਹਾ ਥੋੜ੍ਹਾ ਦੇਣ ਹੈਗਾ ਆ ਜਿਹੜਾ ਆਪਣੇ ਵਿੱਚ ਮਿਸਿੰਗ ਆ। ਇਹਦਾ ਮਤਲਬ ਇਹ ਨਹੀਂ ਵੀ ਆਪਣੇ ਵਿੱਚ ਉਹ ਕੇਪੇਬਿਲਿਟੀ ਹੈ ਨਹੀਂ ਗੀ। ਕੇਪੇਬਿਲਿਟੀ ਆਪਣੇ ਵਿੱਚ ਪਰੇ ਤੋਂ ਪਰੇ ਹੈਗੀ ਆ ਪੰਜਾਬੀਆਂ ਦੇ ਵਿੱਚ। ਅਤੇ ਕਿੱਡੀ ਹੈਰਾਨਗੀ ਦੀ ਗੱਲ ਆ, ਮੈਨੂੰ ਸ਼ਰਮਿੰਦਗੀ ਆਈ ਇਸ ਗੱਲ ਦੀ ਬਈ ਉੱਥੇ ਚੀਨ ਦੇ ਵਿੱਚ ਤੇ ਟੈਗੋਰ ਪੜ੍ਹਾਇਆ ਜਾਂਦਾ ਸਕੂਲਾਂ ਵਿੱਚ। ਅਸੀਂ ਪੰਜਾਬ ਦੇ ਵਿੱਚ ਅਸੀਂ ਟੈਗੋਰ ਨਹੀਂ ਸੀ ਪੜ੍ਹਿਆ। ਕਾਲਜ ਦੇ ਵਿੱਚ ਮੈਂ ਟੈਗੋਰ ਨਹੀਂ ਸੀ ਪੜ੍ਹਿਆ। ਟੈਗੋਰ ਦਾ ਪਤਾ ਲੱਗਾ ਆਸਿਓਂ ਪਾਸਿਓਂ ਸੁਣ ਕੇ। ਅਤੇ ਚੀਨ ਦੇ ਵਿੱਚ ਉੱਥੇ ਸਕੂਲ ਦੇ ਵਿੱਚ ਪੜ੍ਹਾਉਂਦੇ ਆ ਟੈਗੋਰ ਦੀਆਂ ਕਵਿਤਾ। ਉੱਥੇ ਮੈਂ ਇੱਕ ਮਿਊਜ਼ੀਅਮ ਦੇ ਵਿੱਚ ਗਿਆ, ਉੱਥੇ ਪੱਖਿਆਂ ਦਾ ਮਿਊਜ਼ੀਅਮ, ਪੱਖਿਆਂ ਦੇ ਮਿਊਜ਼ੀਅਮ ਦੇ ਉੱਤੇ ਟੈਗੋਰ ਦੀ ਕਵਿਤਾ ਲਿਖੀ ਹੋਈ। ਸਾਨੂੰ ਆਪ ਨੂੰ ਖੁਦ ਨੂੰ ਅਸੀਂ ਨਹੀਂ ਗੇ ਇੱਥੋਂ ਤੱਕ ਪਹੁੰਚੇ ਹੋਏ। ਇਹ ਨਹੀਂ ਵੀ ਸਾਡੇ ਵਿੱਚ ਕਵੀਆਂ ਦੀ ਕਮੀ ਸੀਗੀ, ਸਾਨੂੰ ਸੰਭਾਲਣਾ ਨਹੀਂ ਆਉਂਦਾ। ਮੈਂ ਜਸਵੰਤ ਦੀਪ ਦੇ ਨਾਲ ਇੱਕ ਵਾਰੀ ਗੱਲ ਕਰਦਾ ਸੀ, ਉਹਨੇ ਮੈਨੂੰ ਦੱਸਿਆ ਬਈ ਯੂਰਪ ਦੇ ਵਿੱਚ ਕਹਿੰਦਾ ਮੈਂ ਜਦੋਂ ਪਹਿਲੀ ਵਾਰੀ ਇੰਗਲੈਂਡ ਆਇਆ ਵਾਂ ਤਾਂ ਉੱਥੇ ਕਹਿੰਦਾ ਉਹਨਾਂ ਨੇ BBC ਵਾਲਿਆਂ ਨੇ ਸਾਨੂੰ ਸ਼ਿਵ ਕੁਮਾਰ ਦੀ ਇੱਕ ਰਿਕਾਰਡਿੰਗ ਦਿਖਾ ਲਈ।
ਸਾਡੇ ਦੇਸ਼ ਦੇ ਵਿੱਚ ਕਹਿੰਦਾ ਹੈ ਨਹੀਂ, ਸ਼ਿਵ ਕੁਮਾਰ ਦੀ ਕੋਈ ਰਿਕਾਰਡਿੰਗ ਹੀ ਹੈ ਨਹੀਂ ਗੀ। ਐਡਾ ਸਿਰਮੌਰ ਦਾ ਕਵੀ ਹੋਵੇ, ਪੰਜਾਬੀਆਂ ਨੇ ਉਹਨੂੰ ਨਹੀਂ ਸੰਭਾਲਿਆ। ਇਹ ਹਾਲਤ ਆਪਣੀ ਜਿਹੜੀ ਲਿਖਤ ਆ, ਇਹਦਾ ਹਾਲ ਵੀ ਕਿਸੇ ਦਿਨ ਇਸੇ ਤਰ੍ਹਾਂ ਨਾ ਹੋ ਜਾਵੇ। ਆਪਾਂ ਨੂੰ ਸਾਰਿਆਂ ਨੂੰ ਹਿੰਮਤ ਕਰਕੇ ਇਹਨੂੰ ਸੰਭਾਲਣਾ। ਜੋ ਵੀ ਕਵਿਤਾਵਾਂ, ਫੋਟੋ, ਜੋ ਵੀ ਲਿਖਤ ਹੈਗੀ ਆ, ਚੰਗੀ ਮਾੜੀ ਦਾ ਫੈਸਲਾ ਕਰਨਾ ਜਿਹੜਾ ਉਹ ਨਹੀਂ, ਆਪਣਾ ਜਿਹੜਾ ਫਰਜ਼ ਆ ਇਸ ਚੀਜ਼ ਨੂੰ ਸੰਭਾਲਣਾ। ਜੇ ਉਹਨੂੰ ਆਪਾਂ ਸੰਭਾਲ ਸਕੀਏ ਤੇ ਆਪਣੇ ਵਰਗਾ ਬਹਾਦਰ ਹੋਰ ਕੋਈ ਨਹੀਂ। ਇਹ ਅਖੀਰ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਕਿ ਮੈਂ ਤੇ ਸਾਇੰਸ ਐਂਡ ਟੈਕਨੋਲੋਜੀ ਵਾਲਾ ਬੰਦਾ ਹਾਂ, ਪਰ ਜਦੋਂ ਮੈਂ ਸਾਹਿਤਕਾਰਾਂ ਤੇ ਕਵੀਆਂ ਨਾਲ ਗੱਲਾਂ ਕਰਦਾ, ਉਹਨਾਂ ਦੇ ਵਿਚਾਰ ਸੁਣਦਾ, ਤੇ ਮੈਨੂੰ ਇੱਕ ਵਿਲੱਖਣਤਾ ਮਹਿਸੂਸ ਹੁੰਦੀ ਆ, ਜਿਵੇਂ ਕੋਈ ਖਾਲੀ ਜਗ੍ਹਾ ਭਰ ਰਹੀ ਹੋਵੇ। ਉਹ ਖਾਲੀ ਜਗ੍ਹਾ ਜਿਹਦਾ ਮੈਨੂੰ ਖੁਦ ਨੂੰ ਵੀ ਅਹਿਸਾਸ ਨਹੀਂ ਸੀ ਕਿ ਵੀ ਮੇਰੇ ਅੰਦਰ ਇਹ ਮੌਜੂਦ ਆ। ਕਿਉਂ ਅਕਸਰ ਇਨਸਾਨ ਸਿੰਗਲ ਡਾਇਮੈਂਸ਼ਨਲ ਹੁੰਦਾ, ਉਹਦੀ ਜਿਹੜੀ ਬਿਰਤੀ ਸੁਰਤੀ ਹੈ ਇੱਕ ਪਾਸੇ ਲੱਗੀ ਹੁੰਦੀ ਆ, ਆਪਦੇ ਵਿਸ਼ੇ ਦੇ ਬਾਰੇ ਕੌਨਸਟੈਂਟਲੀ ਜਿਹੜਾ ਤੁਹਾਡਾ ਦਿਮਾਗ ਜਿਹੜਾ ਉੱਥੇ ਲੱਗਾ ਰਹਿੰਦਾ ਆ। ਪਰ ਜੇ ਤੁਸੀਂ ਜਦੋਂ ਆਪਦੇ ਵਿਚਾਰ ਦੂਜਿਆਂ ਦੇ ਸੁਣਦੇ ਆ, ਉਹਨਾਂ ਦੇ ਨਾਲ ਸ਼ੇਅਰ ਕਰਦੇ ਆ, ਇਟ ਐਡਜ਼ ਅਨਦਰ ਡਾਇਮੈਂਸ਼ਨ ਟੂ ਯੂਰ ਪਰਸਨੈਲਿਟੀ। ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਧਰਮ ਦਾ ਮਤਲਬ ਇਹ ਨਹੀਂ ਵੀ ਕੰਧ ਹੋ ਗਈ ਆ ਵੀ ਇਹਨੂੰ ਅੱਗੇ ਨਹੀਂ ਆਪਾਂ ਜਾ ਸਕਦੇ। ਉਹਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ, ਕਿਛ ਸੁਣੀਏ, ਕਿਸੇ ਦੀ ਸੁਣੋ ਵੀ, ਕਿਸੇ ਦੀ ਸੁਣਨ ਲਈ ਬੁੱਧੀ ਚਾਹੀਦੀ ਆ। ਕਿਛ ਕਹੀਏ, ਕਹਿਣ ਦੇ ਲਈ ਇਨਸਾਨ ਦੇ ਆਪਦੇ ਅੰਦਰ ਕੁਝ ਗੁਣ ਚਾਹੀਦਾ, ਆਪਦੇ ਵਿੱਚ ਗੁਣ ਹੋਵੇ, ਉਹਨੂੰ ਕਹਿਣਾ ਵੀ ਚਾਹੀਦਾ। ਉਹਨੂੰ ਸਿਰਫ ਸਾਰੀ ਉਮਰ ਇਹ ਨਿਗਾਹ ਹੈਗਾ ਵੀ ਅੱਖਾਂ ਮੀਟ ਕੇ ਵੀ ਮੈਂ ਆਪਦਾ ਕਰ ਲਿਆ, ਤੇ ਵੀ ਮੈਂ ਕਿਸੇ ਦੇ ਨਾਲ ਆਪਦਾ ਗੁਣ, ਨੌਲੇਜ ਜੋ ਵੀ ਹੈਗਾ ਆ ਉਹਨੂੰ ਸ਼ੇਅਰ ਕਰਨਾ ਵੀ ਤੁਹਾਡੀ ਡਿਊਟੀ ਆ, ਪਰ ਨਾਲ ਦੀ ਨਾਲ ਸੁਣਨਾ ਵੀ ਤੁਹਾਡੀ ਬੈਸਟ ਕੰਬੀਨੇਸ਼ਨ। ਇਸ ਤੋਂ ਵਧੀਆ ਕੰਬੀਨੇਸ਼ਨ ਹੋਰ ਕੀ ਹੋ ਸਕਦਾ ਆ ਇਨਸਾਨ ਦੇ ਲਈ? ਕਿਸੇ ਨੂੰ ਕੁਛ ਸਿਖਾ ਸਕਣਾ ਤੇ ਕਿਸੇ ਕੋਲੋਂ ਕੁਛ ਸਿੱਖ ਸਕਣਾ। ਤੇ ਇਵੇਂ ਮੈਨੂੰ ਪੂਰਾ ਯਕੀਨ ਆ ਕਿ ਜੇ ਸਾਹਿਤਕਾਰ ਵੀ ਸਾਇੰਸ ਵਾਲੇ ਬੰਦਿਆਂ ਦੇ ਨਾਲ ਗੁਫ਼ਤਗੂ ਕਰਨ, ਤੇ ਮੇਰਾ ਪੂਰਾ ਯਕੀਨ ਆ ਵੀ ਤੁਸੀਂ ਵੀ ਕੁਛ ਨਾ ਕੁਛ, ਸਾਹਿਤਕਾਰ ਵੀ ਜਿਹੜੇ ਉਹ ਸਾਇੰਸ ਟੈਕਨੋਲੋਜੀ ਦੇ ਵਿੱਚੋਂ ਕੁਛ ਨਾ ਕੁਛ ਸਿੱਖ ਸਕਦੇ ਆ, ਜਿਹਦੇ ਨਾਲ ਉਹਨਾਂ ਦੀ ਕਵਿਤਾ ਦੇ ਵਿੱਚ, ਉਹਨਾਂ ਦੀ ਲੇਖਣੀ ਦੇ ਵਿੱਚ ਕੋਈ ਗਰਮਜੋਸ਼ੀ ਆਊਗੀ, ਕੋਈ ਨਵੇਂ ਵਿਚਾਰ ਪੁੰਗਰਨਗੇ। ਤੇ ਮੇਰਾ ਪੂਰਾ ਯਕੀਨ ਆ ਕਿ ਜਿਹੜੀ ਇੰਡੋ ਕੈਨੇਡੀਅਨ ਪੰਜਾਬੀ ਪੋਇਟਸ ਐਂਡ ਰੀਡਰਸ ਲੈਂਡਸਕੇਪ ਜਿਹੜਾ ਆ, ਇਹ ਸਾਹਿਤਕਾਰਾਂ ਤੇ ਪਾਠਕਾਂ ਦੇ ਲਈ ਵਿਚਾਰ ਸ਼ੇਅਰ ਕਰਨ ਨੂੰ, ਇੱਕ ਦੂਜੇ ਕੋਲੋਂ ਸਿੱਖਣ ਦਾ ਇਹ ਆਪਾਂ ਨੂੰ ਮੌਕਾ ਦਿੰਦੀ ਆ, ਤੇ ਆਪਾਂ ਨੂੰ ਸਾਰਿਆਂ ਨੂੰ ਇਹਦਾ ਫਾਇਦਾ ਉਠਾਉਣਾ ਚਾਹੀਦਾ। ਅਖੀਰ 'ਚ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਇਹ ਪ੍ਰੋਗਰਾਮ ਜਿਹੜਾ ਆ, ਇਹ ਕੋਈ ਫਿਲਮ ਨਹੀਂ ਹੈ, ਇਹ ਕੋਈ ਇੰਟਰਟੇਨਮੈਂਟ ਲਈ ਬਣਿਆ ਪ੍ਰੋਗਰਾਮ ਨਹੀਂ ਹੈ। ਇਹ ਪ੍ਰੋਗਰਾਮ ਇਨਫੋਰਮੇਟਿਵ ਹੈ, ਜਾਣਕਾਰੀ ਦੇਣ ਵਾਲਾ ਹੈ, ਡਿਜੀਟਲ ਅਵੇਅਰਨੈਸ ਲਈ ਬਣਾਇਆ ਗਿਆ ਹੈ। ਇਸ ਲਈ ਇਹਨੂੰ ਇਸ ਨਜ਼ਰੀਏ ਤੋਂ ਦੇਖੋ, ਅਤੇ ਇਹਦੇ ਵਿੱਚ ਤੁਸੀਂ ਆਪ ਸ਼ਾਮਲ ਹੋਵੋਗੇ, ਸਾਨੂੰ ਆਪਣੇ ਵਿਚਾਰ ਭੇਜੋਗੇ ਤਾਂ ਸਾਨੂੰ ਬਹੁਤ ਖੁਸ਼ੀ ਹੋਏਗੀ। ਜਿਹੜੇ ਰੀਡਰ ਨੇ, ਜਿਹੜੇ ਲੇਖਕ ਨੇ ਜਾਂ ਆਮ ਲੋਕ ਨੇ, ਜੇ ਉਹ ਡਿਜੀਟਲਾਈਜੇਸ਼ਨ ਦੇ ਵਿਸ਼ੇ 'ਤੇ ਆਪਣੇ ਵਿਚਾਰ ਸਾਨੂੰ ਭੇਜਣਗੇ ਤਾਂ ਉਹਨਾਂ ਨੂੰ ਅਸੀਂ ਇੱਕ ਥਾਂ ਇਕੱਤਰ ਕਰਕੇ ਇੱਕ ਵੱਖਰਾ ਪ੍ਰੋਗਰਾਮ ਤੁਹਾਡੀ ਨਜ਼ਰ ਬਾਅਦ 'ਚ ਪੇਸ਼ ਕਰਾਂਗੇ। ਇਸ ਈਮੇਲ ਐਡਰੈਸ 'ਤੇ, ਇਸ ਵਟਸਐਪ ਨੰਬਰ 'ਤੇ ਤੁਸੀਂ ਆਪਣੇ ਵਿਚਾਰ ਸਾਨੂੰ ਭੇਜ ਸਕਦੇ ਹੋ। ਈਮੇਲ ਹੈ deedjas@gmail.com ਅਤੇ ਵਟਸਐਪ ਨੰਬਰ ਹੈ 9814540230। ਥੈਂਕ ਯੂ, ਮਿਹਰਬਾਨੀ।